Hello everyone. In this lecture, we will discuss the remaining part of first chapter Hassan's attendance problem. In the afternoon, a man of about 35 years, plump with a bald head and moderately dressed, was waiting for me in the office. ਬੇਟਾ ਆਫਿਸ ਦੇ ਵਿੱਚ ਕਹਿੰਦੀ ਉਸ ਆਫਟਰਨੂਨ ਉਸ ਟੀਚਰ ਕਹਿ ਰਹੀ ਹੈ 35 ਈਅਰਸ ਦਾ ਪਰਸਨ ਠੀਕ ਹੈ ਜੋ ਕਿ ਕੀ ਸੀ ਪਲੰਪ ਮੀਨਸ ਫੈਟ ਵਿਦ ਦਾ ਬਾਲਡ ਹੈਡ ਠੀਕ ਹੈ ਐਂਡ ਮੋਡੀਰੇਟਲੀ ਡਰੈਸਡ ਮਤਲਬ ਉਹਦੀ ਐਵਰੇਜ ਜੋ ਉਸਦੀ ਡਰੈਸ ਸੀ ਐਵਰੇਜ ਸੀ ਠੀਕ ਹੈ ਆਫਿਸ ਦੇ ਵਿੱਚ ਮੇਰੀ ਵੇਟ ਕਰ ਰਿਹਾ ਸੀ ਇਨ ਹਿਜ਼ ਹੈਂਡ ਵਾਜ਼ ਦੀ CD ਵਿਦ ਦੀ ਸੋਫਟਵੇਅਰ ਉਸਦੇ ਹੱਥ ਵਿੱਚ ਸੋਫਟਵੇਅਰ ਵਾਲੀ CD ਸੀ I could not place him though he seemed familiar ਮੈਨੂੰ ਉਸਦੀ ਪਹਿਚਾਣ ਨਹੀਂ ਆਈ ਭਾਵੇਂ ਕਿ ਉਹ ਕੁਝ ਜਾਣਿਆ ਪਛਾਣਿਆ ਲੱਗ ਰਿਹਾ ਸੀ he smiled at me and said ਕੀ ਕਿਹਾ ਉਹਨੇ ਮੈਮ ਕੈਨ ਯੂ ਰੈਕੋਗਨਾਈਜ਼ ਮੀ ਕੀ ਤੁਸੀਂ ਮੈਨੂੰ ਪਹਿਚਾਣਿਆ ਯੂ ਮੇ ਨਾਟ ਹੋ ਸਕਦਾ ਤੁਸੀਂ ਮੈਨੂੰ ਨਾ ਪਹਿਚਾਣਿਆ ਹੋਵੇ ਬਿਕੋਜ਼ ਹਾਊ ਕੈਨ ਯੂ ਰਿਮੈਂਬਰ ਆਲ ਯੂਅਰ ਸਟੂਡੈਂਟਸ ਕਿਉਂਕਿ ਤੁਸੀਂ ਇੰਨੇ ਸਾਰੇ ਸਟੂਡੈਂਟਸ ਨੂੰ ਕਿਵੇਂ ਯਾਦ ਰੱਖ ਸਕਦੇ ਹੋ ਫਰੋਮ ਅ ਵਿੰਡੋ ਯੂ ਕੈਨ ਸੀ ਦੀ ਆਊਟਸਾਈਡ ਵਰਲਡ but from the outside you can't see all that's inside ਬੜਾ ਸੋਹਣਾ ਫਰੇਜ਼ ਉਹ ਯੂਜ਼ ਕਰਦਾ ਸਨ ਕੀ ਕਹਿੰਦਾ ਵੀ ਫਰੋਮ ਅ ਵਿੰਡੋ ਯੂ ਕੈਨ ਸੀ ਆਊਟਸਾਈਡ ਦੀ ਵਰਲਡ ਕਿਉਂਕਿ ਵਿੰਡੋ ਦੇ ਵਿੱਚ ਕਹਿੰਦੇ ਤੁਸੀਂ ਜਿਹੜਾ ਹੈਗਾ ਬਾਹਰ ਦੀ ਜਿਹੜੀ ਦੁਨੀਆ ਹੈਗੀ ਹੈ ਠੀਕ ਹੈ ਆਊਟਸਾਈਡ ਵਰਲਡ ਹੈਗਾ ਉਸ ਨੂੰ ਦੇਖ ਸਕਦੇ ਹੋ ਬਟ ਫਰੋਮ ਦੀ ਆਊਟਸਾਈਡ ਪਰ ਆਊਟਸਾਈਡ ਤੋਂ ਤੁਸੀਂ ਜੋ ਇਨਸਾਈਡ ਹੈ ਉਸ ਨੂੰ ਨਹੀਂ ਦੇਖ ਸਕਦੇ ਉਸਦੇ ਕਹਿੰਦਾ ਭਾਵ ਇਹ ਹੈ ਵੀ ਟੀਚਰ ਬੱਚੇ ਨੂੰ ਜਿਹੜੀ ਹੈਗੀ ਆ ਟੀਚਰ ਆਪਣੇ ਯਾਦ ਰਹਿੰਦੀ ਆ ਪਰ ਟੀਚਰ ਨੂੰ ਜ਼ਿਆਦਾ ਸਟੂਡੈਂਟਸ ਨੂੰ ਟੀਚ ਕੀਤਾ ਇਸ ਲਈ ਹੋ ਸਕਦਾ ਟੀਚਰ ਆਪਣੇ ਸਟੂਡੈਂਟਸ ਨੂੰ ਭੁੱਲ ਜਾਂਦਾ ਹੋਵੇ ਠੀਕ ਹੈ ਇਸ ਕਰਕੇ ਉਹਨੇ ਆ ਫਰੇਜ਼ ਯੂਜ਼ ਕੀਤਾ ਆਈ ਲਾਈਕ ਦਿਸ ਐਨੋਲੋਜੀ ਐਂਡ ਵਾਜ਼ ਸ਼ੋਰ ਹੀ ਵਾਜ਼ ਮਾਈ ਸਟੂਡੈਂਟ ਬਿਕੋਜ਼ ਆਈ ਆਫਨ ਯੂਜ਼ ਦਿਸ ਫਰੇਜ਼ ਇਨ ਮਾਈ ਕਲਾਸ ਮੈਮ ਕਹਿ ਰਹੀ ਉਸਦੀ ਕਹਿੰਦੀ ਮੈਨੂੰ ਉਹਦੀ ਇਹ ਐਨੋਲੋਜੀ ਜਿਹੜੀ ਹੈਗੀ ਆ ਸੁਧਾ ਮੂਰਤੀ ਕਹਿ ਰਹੀ ਬਹੁਤ ਹੀ ਵਧੀਆ ਲੱਗੀ ਅਤੇ ਮੈਨੂੰ ਸ਼ੋਰ ਹੋ ਗਿਆ ਵੀ ਇਹ ਮੇਰਾ ਹੀ ਸਟੂਡੈਂਟ ਹੈ ਕਿਉਂਕਿ ਇਹ ਫਰੇਜ਼ ਜੋ ਹਸਨ ਨੇ ਯੂਜ਼ ਕੀਤਾ ਸੀ ਵੀ ਮੈਂ ਅਕਸਰ ਹੀ ਠੀਕ ਹੈ ਆਫਨਲੀ ਕਲਾਸ ਵਿੱਚ ਯੂਜ਼ ਕਰਦੀ ਸੀ ਸਟਿਲ ਆਈ ਕੁਡ ਨਾਟ ਗੈਸ ਹੂ ਹੀ ਵਾਜ਼ ਪਰ ਮੈਨੂੰ ਫਿਰ ਵੀ ਇਹ ਗੈਸ ਨਹੀਂ ਹੋ ਸਕਿਆ ਵੀ ਉਹ ਕੌਣ ਹੈ ਮੈਮ ਆਈ ਵਾਜ਼ ਦੀ ਪਰਪੈਚੁਅਲ ਲੇਟ ਕਮਰ ਆਫ ਯੂਅਰ ਕਲਾਸ ਫਿਰ ਉਹ ਕੀ ਕਹਿੰਦਾ ਮੈਮ ਮੈਂ ਜੋ ਕੰਟੀਨਿਊਸ ਠੀਕ ਹੈ ਲੇਟ ਕਮਰ ਸੀ ਤੁਹਾਡੀ ਕਲਾਸ ਦਾ ਮੈਂ ਉਹ ਸਟੂਡੈਂਟ ਹਾਂ ਠੀਕ ਹੈ ਡੈਟਸ ਵੈਨ ਦਾ ਕੋਇਨ ਡਰੋਪਡ ਅਚਾਨਕ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਹਾਈ ਹਸਨ ਹਾਊ ਆਰ ਯੂ ਇਟਸ ਬੈਨ a long time it has been a long time since I last met you ਕਹਿੰਦੀ ਬਹੁਤ ਟਾਈਮ ਹੋ ਗਿਆ ਠੀਕ ਹੈ ਕਿੰਨੇ ਟਾਈਮ ਬਾਅਦ ਜਿਹੜਾ ਹੈਗੇ ਆ ਵੀ ਤੂੰ ਮਿਲਿਆ ਹੈਗਾ ਆਈ ਵਾਜ਼ ਵੈਰੀ ਹੈਪੀ ਟੂ ਸੀ ਹਿਮ ਮੈਨੂੰ ਹਸਨ ਨੂੰ ਮਿਲ ਕੇ ਟੀਚਰ ਕਹਿ ਰਹੀ ਹੈ ਵੀ ਬਹੁਤ ਹੀ ਖੁਸ਼ੀ ਹੋਈ ਮੈਮ ਆਈ ਐਮ ਫਾਈਨ ਐਂਡ ਰਿਮੈਂਬਰ ਮੈਨੀ ਆਫ ਯੂਅਰ ਲੈਸਨ ਮੈਮ ਮੈਂ ਫਾਈਨ ਹੈ ਅਤੇ ਮੈਨੂੰ ਜਿਹੜੇ ਤੁਹਾਡੇ ਜਿਹੜੀ ਹੈਗੀ ਹੈ ਸਿਖਾਏ ਹੋਏ ਬਹੁਤ ਲੈਸਨਸ ਜਿਹੜੀ ਹੈਗੀ ਹੈ ਮੇਰੇ ਯਾਦ ਹੈ ਫਿਰ ਉਸ ਦੀ ਟੀਚਰ ਸੁਧਾ ਮੂਰਤੀ ਕਹਿ ਰਹੀ ਹੈ ਇਜ਼ ਇਟ ਡਾਟਾਬੇਸ ਮੈਨੇਜਮੈਂਟ ਔਰ ਸੀ ਔਰ ਪਾਰਸਲ ਕਿਹੜੀ ਲੈਸਨ ਦੀ ਗੱਲ ਕਰਦਾ ਉਹਨੂੰ ਕਹਿੰਦੀ ਡਾਟਾਬੇਸ ਮੈਨੇਜਮੈਂਟ ਦੀ ਔਰ ਸੀ ਔਰ ਪਾਰਸਲ ਲੈਂਗੁਏਜ ਆਫ ਕੰਪਿਊਟਰ ਠੀਕ ਹੈ ਕੀ ਇਹਨਾਂ ਦੀ ਗੱਲ ਕਰਦਾ ਇਹ ਲੈਸਨ ਯਾਦ ਨੇ ਫਿਰ ਉਹ ਹਸਨ ਕਹਿੰਦਾ ਨਨ ਆਫ ਦੀ ਸੋਫਟਵੇਅਰ ਮੈਮ ਆਈ ਰਿਮੈਂਬਰ ਦੀ ਮੋਰਲ ਲੈਸਨ ਮੈਮ ਇਹ ਸੋਫਟਵੇਅਰ ਲੈਸਨ ਦੀ ਗੱਲ ਨਹੀਂ ਕਰਦਾ ਮੈਨੂੰ ਤੁਹਾਡੇ ਜੋ ਮੋਰਲ ਲੈਸਨਸ ਨੇ ਠੀਕ ਹੈ ਜੋ ਤੁਸੀਂ ਚੰਗੀਆਂ ਗੱਲਾਂ ਸਾਨੂੰ ਸਿਖਾਈਆਂ ਉਹ ਯਾਦ ਨੇ ਠੀਕ ਹੈ ਆਈ ਡਿਡ ਨਾਟ ਨੋ ਵਟ ਮੋਰਲ ਲੈਸਨ ਆਈ ਟਾਟ though I do tell some stories during my lectures on computer software ਕਹਿੰਦੀ ਮੈਨੂੰ ਸਮਝ ਨਹੀਂ ਆਈ ਸੀ ਕਿੰਨਾ ਮੋਰਲ ਲੈਸਨ ਦੀ ਗੱਲ ਕਰ ਰਿਹਾ ਪਰ ਜਦੋਂ ਮੈਂ ਸਟੂਡੈਂਟਸ ਨੂੰ ਟੀਚ ਕਰਦੀ ਸੀ ਠੀਕ ਹੈ ਆਪਣੇ ਕੰਪਿਊਟਰ ਸੋਫਟਵੇਅਰ ਦੇ ਲੈਕਚਰ ਦੀ ਡਿਊਰੇਸ਼ਨ ਮੈਂ ਉਹਨਾਂ ਨੂੰ ਕਾਫੀ ਜਿਹੜੀਆਂ ਸਟੋਰੀਜ਼ ਹੈ ਉਹਨਾਂ ਨੂੰ ਦੱਸਦੀ ਰਹਿੰਦੀ ਸੀ ਠੀਕ ਹੈ ਨੈਕਸਟ ਉਹ ਟੀਚਰ ਪੁੱਛ ਰਹੀ ਹੈ ਹਸਨ ਵਾਟ ਆਰ ਯੂ ਡੂਇੰਗ ਨਾਓ ਹਿਜ਼ ਫੇਸ ਬਿਕੇਮ ਅ ਲਿਟਲ ਪੇਲ ਜਦੋਂ ਉਸੇ ਟੀਚਰ ਨੇ ਪੁੱਛਿਆ ਵਾਟ ਆਰ ਯੂ ਡੂਇੰਗ ਨਾਓ ਤਾਂ ਉਸਦਾ ਜਿਹੜਾ ਹੈਗਾ ਫੇਸ ਸੀ ਠੀਕ ਹੈ ਉਹ ਲਿਟਲ ਪੇਲ ਮਤਲਬ ਕੀ ਹੈਗਾ ਸ਼ਾਂਤ ਜਿਹਾ ਹੋ ਗਿਆ ਠੀਕ ਹੈ ਉਸਦਾ ਫੇਸ ਉਸਦਾ ਚਿਹਰਾ ਜਿਹੜਾ ਹੈਗਾ ਬਦਲ ਗਿਆ ਮੈਮ ਆਈ ਐਮ ਸੈਲਿੰਗ ਦਿਸ ਸੋਫਟਵੇਅਰ ਵਿਚ ਇਜ਼ ਯੂਜ਼ਫੁਲ ਇਨ ਟੀਚਿੰਗ ਮੈਥਸ ਫਿਜ਼ਿਕਸ ਐਂਡ ਕੈਮਿਸਟਰੀ ਕੀ ਕਰ ਰਿਹਾ ਕਹਿੰਦਾ ਮੈਂ ਸੋਫਟਵੇਅਰ ਜਿਹੜਾ ਹੈਗਾ ਉਹ ਸੇਲ ਕਰ ਰਿਹਾ ਠੀਕ ਹੈ ਜਿਹੜਾ ਕਿੱਥੇ ਯੂਜ਼ਫੁਲ ਹੈਗਾ ਮੈਥਸ ਫਿਜ਼ਿਕਸ ਐਂਡ ਕੈਮਿਸਟਰੀ ਨੂੰ ਟੀਚ ਕਰਨ ਦੇ ਲਈ ਯੂਜ਼ਫੁਲ ਹੈ ਇਟ ਇਜ਼ ਆਫ ਹੈਲਪ ਟੂ ਬੋਥ ਟੀਚਰਸ ਐਂਡ ਸਟੂਡੈਂਟਸ ਅਤੇ ਇਹ ਸੋਫਟਵੇਅਰ ਦੋਨੋਂ ਦੇ ਲਈ ਹੈਲਪਫੁਲ ਹੈ ਸਟੂਡੈਂਟਸ ਦੇ ਲਈ ਵੀ
ਐਂਡ ਟੀਚਰਸ ਦੇ ਲਈ ਵੀ। I know your foundation helps a lot in education at high school level. I thought it may be of some interest to you. ਠੀਕ ਹੈ, ਉਹ ਕਹਿੰਦੀ ਵੀ ਜਿਹੜੇ ਹੈਗੀ ਆ ਉਹ ਹਸਨ ਕਹਿੰਦਾ ਵੀ ਮੈਨੂੰ ਪਤਾ ਜਿਹੜੀ ਤੁਹਾਡੀ ਜਿਹੜੀ ਫਾਊਂਡੇਸ਼ਨ ਹੈ, ਠੀਕ ਹੈ, ਇਹ ਜਿਹੜੀ ਹੈਗੀ ਆ ਹਾਈ ਸਕੂਲ ਲੈਵਲ ਐਜੂਕੇਸ਼ਨ ਦੇ ਵਿੱਚ ਬਹੁਤ ਹੀ ਜਿਹੜੀ ਹੈਗੀ ਆ ਹੈਲਪਸ ਕਰੂਗੀ। ਠੀਕ ਹੈ, ਅਤੇ ਹੋ ਸਕਦਾ ਜਿਹੜਾ ਤੁਹਾਡਾ ਜਿਹੜਾ ਹੈਗਾ ਇੰਟਰਸਟ ਵੀ ਹੋਵੇ ਇਹਨਾਂ 'ਚ। ਹਸਨ, ਵਾਟ ਡਿਡ ਯੂ ਡੂ ਫॉर ਸੋ ਮੈਨੀ ਈਅਰਸ। ਫਿਰ ਉਸ ਟੀਚਰ ਨੇ ਫਿਰ ਪੁੱਛਿਆ ਵੀ ਤੂੰ ਇੰਨੀ ਈਅਰਸ ਤੋਂ ਕੀ ਕਰ ਰਿਹਾ। ਆਈ ਨਿਊ ਆਲ ਹਿਜ਼ ਕਲਾਸਮੇਟਸ ਬਾਈ ਦਿਸ ਟਾਈਮ ਵਰ ਇਨ ਵੈਰੀ ਹਾਈ ਪੋਜੀਸ਼ਨਸ ਇਨ ਸੋਫਟਵੇਅਰ ਇੰਡਸਟਰੀ। ਕਿਉਂਕਿ ਉਹ ਟੀਚਰ ਕਹਿ ਰਹੀ ਵੀ ਮੈਨੂੰ ਪਤਾ ਸੀ ਇਹਦੇ ਜਿਹੜੇ ਕਲਾਸਮੇਟ ਸੀਗੇ ਉਹ ਬਹੁਤ ਹੀ ਹਾਈ ਪੋਜੀਸ਼ਨ 'ਤੇ ਮਤਲਬ ਪਹੁੰਚ ਚੁੱਕੇ ਸੀਗੇ ਸੋਫਟਵੇਅਰ ਇੰਡਸਟਰੀ 'ਚ। ਹਸਨ ਬੀਇੰਗ ਅ ਬਰਾਈਟ ਸਟੂਡੈਂਟ ਸ਼ੁੱਡ ਹੈਵ ਡੈਫੀਨੇਟਲੀ ਡਨ ਵੈਲ। ਜਦੋਂ ਕਿ ਹਸਨ ਇੱਕ ਵਧੀਆ ਬਰਾਈਟ ਸਟੂਡੈਂਟ ਸੀ ਅਤੇ ਉਹਨੇ ਵੀ ਡੈਫੀਨੇਟਲੀ ਕੁਛ ਵਧੀਆ ਹੀ ਕਰਨਾ ਸੀ ਜਦੋਂ ਉਹਦੇ ਕਲਾਸਮੇਟ ਹਾਈ ਪੋਜੀਸ਼ਨ 'ਤੇ ਪਹੁੰਚ ਚੁੱਕੇ ਆ। ਜੈਟ ਔਨ ਦੀ ਕੰਟਰੇਰੀ ਹੀ ਸੀਮ ਟੂ ਬੀ ਡੂਇੰਗ ਅ ਸਮਾਲ ਜੋਬ ਆਫ ਸੈਲਿੰਗ ਹਾਈ ਸਕੂਲ ਸੋਫਟਵੇਅਰ ਡੋਰ ਟੂ ਡੋਰ। ਪਰ ਫਿਰ ਵੀ ਹਸਨ ਤਾਂ ਕਿ ਇੱਕ ਛੋਟੀ ਜਿਹੀ ਜੋਬ ਕਰ ਰਿਹਾ। ਠੀਕ ਹੈ, ਕਾਹਦੀ ਜੋਬ ਕਰ ਰਿਹਾ, ਸੋਫਟਵੇਅਰ ਨੂੰ ਸੇਲਿੰਗ ਦੀ ਡੋਰ ਟੂ ਡੋਰ ਜਾ ਕੇ ਮਤਲਬ ਸਕੂਲਸ ਦੇ ਵਿੱਚ ਜਾ ਕੇ ਜਾਂ ਕਿਤੇ ਹੋਰ ਜਾ ਕੇ। ਠੀਕ ਹੈ, ਵੀ ਇਹ ਤਾਂ ਉਹਨਾਂ ਦੇ ਕੰਪੈਰੀਜ਼ਨ ਬਹੁਤ ਹੀ ਜਿਹੜੀ ਹੈਗੀ ਆ ਸਮਾਲ ਜੋਬ ਹੈ। ਮੈਮ ਯੂ ਨੋ ਆਈ ਵਾਜ਼ ਵੈਰੀ ਇਰੈਗੂਲਰ ਇਨ ਕਾਲਜ। ਫਿਰ ਉਹ ਆਪਣੀ ਮੈਮ ਨੂੰ ਕਹਿੰਦਾ ਹੈ, ਠੀਕ ਹੈ, ਵੀ ਤੁਹਾਨੂੰ ਪਤਾ ਹੀ ਹੈ ਮੈਂ ਕਾਲਜ ਦੇ ਵਿੱਚ ਇਰੈਗੂਲਰ ਸੀ। ਮੀਨਸ ਕਿ ਰੈਗੂਲਰ ਨਹੀਂ ਕਲਾਸ ਅਟੈਂਡ ਕਰਦਾ ਸੀ, ਇਰੈਗੂਲਰ ਸੀ। ਦੀ ਸੇਮ ਹੈਬਿਟ ਕੰਟੀਨਿਊ ਈਵਨ ਆਫਟਰ ਮਾਈ ਗ੍ਰੈਜੂਏਸ਼ਨ। ਇਹੀ ਹੈਬਿਟ ਮੇਰੀ ਗ੍ਰੈਜੂਏਸ਼ਨ ਦੇ ਬਾਅਦ ਵੀ ਕੰਟੀਨਿਊ ਹੀ ਰਹੀ। ਠੀਕ ਹੈ, ਉਸ ਤੋਂ ਬਾਅਦ ਵੀ ਮਤਲਬ ਮੈਂ ਰੈਗੂਲਰ ਨਹੀਂ ਹੋ ਸਕਿਆ। ਆਈ ਵੁੱਡ ਗੈਟ ਅਪ ਲੇਟ ਐਂਡ ਵਾਜ਼ ਲੇਜ਼ੀ। ਠੀਕ ਹੈ, ਮੈਂ ਉਸੇ ਤਰ੍ਹਾਂ ਲੇਟ ਉੱਠਦਾ, ਲੇਜ਼ੀ ਹੁੰਦਾ ਗਿਆ। ਮਾਈ ਮਦਰ ਵੁੱਡ ਲੂਜ਼ ਹਰ ਟੈਂਪਰ ਐਂਡ ਪੀਸ ਆਫ ਮਾਈਂਡ। ਆਈ ਡਿਡ ਨਾਟ ਬੋਦਰ। ਆਈ ਟੁੱਕ ਮੇਰੀ ਮਦਰ ਸੀ, ਠੀਕ ਹੈ, ਮੇਰੀਆਂ ਇਹਨਾਂ ਹੈਬਿਟਸ ਨੂੰ ਲੈ ਕੇ, ਠੀਕ ਹੈ, ਮੇਰੇ 'ਤੇ ਗੁੱਸਾ ਕਰਦੀ। ਠੀਕ ਹੈ, ਕਈ ਵਾਰ ਉਹ ਆਪਣਾ ਪੀਸ ਆਫ ਮਾਈਂਡ ਗਵਾ ਬੈਠਦੀ। ਠੀਕ ਹੈ, ਆਈ ਡਿਡ ਨਾਟ ਬੋਦਰ, ਪਰ ਮੇਰੇ 'ਤੇ ਇਹਨਾਂ ਸਭ ਦਾ ਕੋਈ ਅਸਰ ਨਹੀਂ ਹੋਇਆ। ਆਈ ਟੁੱਕ ਹਰ ਫॉर ਗ੍ਰਾਂਟਡ। ਠੀਕ ਹੈ, ਮੈਂ ਕਿਸੇ ਦੀ ਜਿਹੜੀ ਹੈਗੀ ਆ ਕੋਈ ਵੈਲਿਊ ਜਿਹੜੀ ਹੈਗੀ ਆ ਨਹੀਂ ਸਮਝੀ। ਆਫਟਰ ਅ ਲੋਟ ਆਫ ਪ੍ਰੈਸ਼ਰ ਫਰੋਮ ਮਾਈ ਪੇਰੈਂਟਸ ਆਈ ਟੁੱਕ ਅਪ ਅ ਜੋਬ। ਕਹਿੰਦੇ ਆਪਣੇ ਪੇਰੈਂਟਸ ਦੇ ਪ੍ਰੈਸ਼ਰ ਹੇਠ ਆ ਕੇ ਵੀ ਮੈਂ ਇੱਕ ਜੋਬ ਕੀਤੀ। But I continue with the same habits of going late to office, not keeping appointments and not being responsible. ਅਤੇ ਜਿਸ ਆਫਿਸ ਦੇ ਵਿੱਚ ਮੈਂ ਜੋਬ ਕਰਨ ਲੱਗਿਆ ਉੱਥੇ ਜਾ ਕੇ ਵੀ ਮੇਰੀਆਂ ਉਹੀ ਹੈਬਿਟਸ ਜਿਹੜੀਆਂ ਕੰਟੀਨਿਊ ਰਹੀਆਂ। ਠੀਕ ਹੈ, ਵੀ ਮੇਰਾ ਉਹੀ ਲੇਟ ਹੋਣਾ। ਠੀਕ ਹੈ, ਲੇਟ ਜਾਣਾ, ਕੋਈ ਅਪੁਆਇੰਟਮੈਂਟ ਦਾ ਧਿਆਨ ਨਾ ਦੇਣਾ, ਕਿਸੇ ਕੰਮ ਪ੍ਰਤੀ ਕੋਈ ਰਿਸਪੋਂਸੀਬਿਲਿਟੀ ਨਾ ਦਿਖਾਉਣਾ। ਆਈ ਡਿਡ ਨਾਟ ਹੈਵ ਦਾ ਪ੍ਰੋਪਰ ਨੌਲੇਜ ਆਲਸੋ। ਬਾਕੀ ਕਹਿੰਦੇ ਵੀ ਮੈਨੂੰ ਜਿਹੜੀ ਹੈਗੀ ਆ ਪ੍ਰੋਪਰ ਨੌਲੇਜ ਵੀ ਨਹੀਂ ਸੀ। ਇਨ ਕਾਲਜ ਆਈ ਹਾਰਡਲੀ ਸਟੱਡੀਡ। ਕਾਲਜ ਦੇ ਵਿੱਚ ਵੀ ਮੈਂ ਮਸਾਂ ਹੀ ਜਿਹੜੀ ਹੈਗੀ ਸਟੱਡੀ ਕੀਤੀ। ਗੈਟਿੰਗ ਅ ਫਾਸਟ ਕਲਾਸ ਇਨ ਦੀ ਐਗਜ਼ਾਮੀਨੇਸ਼ਨ ਇਜ਼ ਨੋਟ ਐਨ ਇੰਡੈਕਸ ਆਫ ਅਮਾਊਂਟ ਆਫ ਨੌਲੇਜ ਵਨ ਇਜ਼। ਕਹਿੰਦੇ ਵੀ ਕਿਸੇ ਐਗਜ਼ਾਮੀਨੇਸ਼ਨ ਦੇ ਵਿੱਚੋਂ ਫਸਟ ਕਲਾਸ ਜਿਹੜੀ ਐਕਵਾਇਰ ਕਰਨਾ ਉਸ ਦੀ ਨੌਲੇਜ ਦਾ ਇੰਡੈਕਸ ਨਹੀਂ ਹੋ ਸਕਦਾ ਹੈ ਕਿਸੇ ਨੇ ਐਗਜ਼ਾਮੀਨੇਸ਼ਨ ਦੇ ਵਿੱਚੋਂ। ਠੀਕ ਹੈ, ਵੀ ਮਤਲਬ ਵਧੀਆ ਜਿਹੜਾ ਹੈਗਾ ਗ੍ਰੇਡ ਐਕਵਾਇਰ ਕੀਤਾ। ਇਹਦਾ ਮਤਲਬ ਇਹ ਨਹੀਂ ਕਹਿ ਸਕਦੇ ਉਸ ਦੀ ਨੌਲੇਜ ਦਾ ਇੰਡੈਕਸ ਨਹੀਂ, ਉਸ ਦੀ ਨੌਲੇਜ ਦਾ ਜਿਹੜਾ ਐਸਟੀਮੇਟ ਹੈ ਉਹਦੇ ਜਿਹੜੇ ਹੈਗੇ ਆ ਕਲਾਸ ਗ੍ਰੇਡ ਤੋਂ ਨਹੀਂ ਲਗਾਇਆ ਜਾ ਸਕਦਾ। ਠੀਕ ਹੈ, ਆਈ ਵੁੱਡ ਸਟੱਡੀ ਜਸਟ ਬਿਫੋਰ ਦੀ ਐਗਜ਼ਾਮ, ਗੈਸ ਦੀ ਪ੍ਰੋਬੇਬਲ ਕੁਐਸਚਨ ਐਂਡ ਸਕਿਪ ਦੀ ਚੈਪਟਰ। ਮੈਂ ਕਹਿੰਦੀ ਕੀ ਕਰਦਾ ਸੀ ਜਦੋਂ ਐਗਜ਼ਾਮ ਹੁੰਦੇ ਸੀ ਉਸ ਟਾਈਮ ਹੀ ਜਿਹੜੇ ਮੈਨੂੰ ਲੱਗਦਾ ਸੀ ਇਹ ਗੈਸ ਦੀ ਪ੍ਰੋਬੇਬਲ ਕੁਐਸਚਨ, ਠੀਕ ਹੈ, ਵੀ ਇੰਪੋਰਟੈਂਟ ਕੁਐਸਚਨ ਹੈ ਜਿਨ੍ਹਾਂ ਦੀ ਜ਼ਿਆਦਾ ਪ੍ਰੋਬੇਬਿਲਿਟੀ ਹੈਗੀ ਹੈ, ਠੀਕ ਹੈ, ਉਹ ਕੁਐਸਚਨ ਗੈਸ ਕਰ ਲੈਂਦਾ ਸੀ। ਸਿਰਫ ਉਹਨਾਂ ਨੂੰ ਹੀ ਰੀਡ ਕਰਦਾ ਸੀ। ਐਂਡ ਸਕਿਪ ਦੀ ਚੈਪਟਰ, ਜਦ ਕਿ ਜਿਹੜੇ ਚੈਪਟਰ ਸੀਗੇ ਉਹਨਾਂ ਨੂੰ ਸਕਿਪ ਕਰ ਦਿੰਦਾ ਸੀ ਜਦੋਂ ਉਹ ਹੈ ਹੀ ਰੈਗੂਲਰ ਸੀ, ਰੈਗੂਲਰ ਕਲਾਸ ਅਟੈਂਡ ਹੀ ਨਹੀਂ ਕਰਦਾ ਸੀ। ਆਈ ਆਲਵੇਜ਼ ਥਾਟ I could somehow make it later, but with the proper knowledge it is difficult to work. ਠੀਕ ਹੈ, ਉਦੋਂ ਮੈਨੂੰ ਲੱਗਦਾ ਸੀ ਵੀ ਠੀਕ ਹੈ ਬਟ ਪ੍ਰੋਪਰ ਨੌਲੇਜ ਤੋਂ ਬਿਨਾਂ ਜਿਹੜਾ ਵਰਕ ਕਰਨਾ ਬਹੁਤ ਹੀ ਡਿਫੀਕਲਟ ਹੈ। ਆਈ ਆਲਵੇਜ਼ ਲਾਫਡ ਐਟ ਦੋਜ਼ ਪੀਪਲ ਹੂ ਵਰ ਹਾਰਡ ਵਰਕਰਸ। ਕਹਿੰਦੇ ਮੈਂ ਹਮੇਸ਼ਾ ਹੀ ਉਹਨਾਂ ਲੋਕਾਂ 'ਤੇ ਹੱਸਦਾ ਸੀ ਜਿਹੜੇ ਬਹੁਤ ਜ਼ਿਆਦਾ ਹਾਰਡ ਵਰਕ ਕਰਦੇ ਸੀ। ਆਈ ਯੂਜ਼ ਟੂ ਮੇਕ ਫਨ ਆਫ ਦੈਮ। ਮੈਂ ਉਹਨਾਂ ਦਾ ਮਜ਼ਾਕ ਉਡਾਉਂਦਾ ਸੀ। ਐਂਡ ਕਾਲਡ ਦੈਮ ਨਰਡਸ। ਅਤੇ ਮੈਂ ਉਹਨਾਂ ਨੂੰ ਕੀ ਕਹਿੰਦਾ ਸੀ, ਨਰਡਸ। ਜਿਹੜੇ ਹਾਰਡ ਵਰਕਰ ਸੀ ਉਹਨਾਂ ਨੂੰ ਜਿਹੜਾ ਹੱਸਣਾ ਉਹ ਨਰਡਸ ਕਹਿ ਕੇ ਬੁਲਾਉਂਦਾ ਸੀ। ਨਰਡਸ ਮੀਨਸ ਸਟੂਪਿਡ।
ਟੂਡੇ ਦੋਜ਼ ਨਰਡਸ ਹੈਵ ਬਿਕਮ ਮਿਲੀਅਨੇਅਰ। ਅੱਜ ਉਹੀ ਨਰਡਸ ਜਿਨ੍ਹਾਂ ਨੂੰ ਮੈਂ ਨਰਡਸ ਕਹਿੰਦਾ ਸੀ ਉਹ ਮਿਲੀਅਨੇਅਰ ਬਣ ਗਏ। ਨੋ ਬਡੀ ਲਾਈਕ ਮੀ ਇਨ ਮਾਈ ਆਫਿਸ ਬਿਕੋਜ਼ ਆਫ ਮਾਈ ਬਿਹੇਵੀਅਰ। ਨੋ ਬਡੀ ਲਾਈਕ ਮੀ, ਕਿਸੇ ਨੇ ਮੈਨੂੰ ਲਾਈਕ ਨਹੀਂ ਕੀਤਾ ਉਸ ਆਫਿਸ ਦੇ ਵਿੱਚ, ਕਾਹਦੇ ਕਰਕੇ? ਮੇਰੇ ਬਿਹੇਵੀਅਰ ਕਰਕੇ। ਨੋ ਇੰਪਲਾਇਰ ਵੁੱਡ ਕੀਪ ਸੱਚ ਐਨ ਇੰਪਲਾਈ ਐਂਡ ਆਈ ਲੋਸਟ ਵਟ ਐਵਰ ਜੋਬ ਆਈ ਟੁੱਕ ਅਪ। ਕੋਈ ਵੀ ਇੰਪਲਾਇਰ ਇੱਦਾਂ ਦੇ ਇੰਪਲੋਏ ਦੀਆਂ ਜਿਹੜੀਆਂ ਹੈਗੀਆਂ ਹੈਬਿਟਸ ਨੂੰ ਐਕਸੈਪਟ ਨਹੀਂ ਕਰ ਸਕਦਾ, ਅਤੇ ਇਸ ਕਰਕੇ ਜਿਹੜੀ ਮੇਰੀ ਜੋ ਮੈਨੂੰ ਜੋਬ ਮਿਲੀ ਸੀ ਉਹ ਵੀ ਜਾਂਦੀ ਰਹੀ। ਇਨ ਮਾਈ ਫਰਸਟ੍ਰੇਸ਼ਨ ਆਈ ਸਟਾਰਟਡ ਕਾਲਿੰਗ ਐਟ ਆਫਿਸ ਐਜ਼ ਵੈਲ ਐਜ਼ ਐਟ ਹੋਮ। ਅਤੇ ਮੈਂ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਆਫਿਸ ਦੇ ਵਿੱਚ ਵੀ ਮਤਲਬ ਕਾਲ ਕਰਦਾ ਰਹਿੰਦਾ, ਝਗੜਦਾ ਰਹਿੰਦਾ, ਅਤੇ ਘਰ ਵਿੱਚ ਵੀ। ਫਾਈਨਲੀ ਮਾਈ ਫਾਦਰ ਗॉट ਸੋ ਫੈਡ ਅਪ ਹੀ ਟੋਲਡ ਮੀ ਟੂ ਸਟੇ ਸੈਪਰੇਟਲੀ। ਮੇਰੇ ਫਾਦਰ ਮੇਰੇ ਤੋਂ ਇੰਨੇ ਫੈਡ ਅਪ ਹੋ ਗਏ ਕਿ ਉਹਨਾਂ ਨੇ ਮੈਨੂੰ ਜਿਹੜਾ ਹੈਗਾ ਅਲੱਗ ਕਰਤਾ, ਠੀਕ ਹੈ, ਸੈਪਰੇਟ ਕਰਤਾ। ਹੀ ਆਲਵੇਜ਼ ਗੇਵ ਮੀ ਆ ਲੋਟ ਆਫ ਫਰੀਡਮ ਬਟ ਆਈ ਨੈਵਰ ਪਿਕਡ ਅਪ ਮਾਈ ਓਨ ਗੁੱਡ ਹੈਬਿਟਸ। ਠੀਕ ਹੈ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਫਰੀਡਮ ਦਿੱਤੀ, ਪਰ ਜਿਹੜੀਆਂ ਮੈਂ ਕਦੇ ਵੀ ਆਪਣੀਆਂ ਜਿਹੜੀਆਂ ਆਪਣੀਆਂ ਹੈਬਿਟਸ ਨੂੰ ਸੁਧਾਰ ਨਹੀਂ ਸਕਿਆ। ਠੀਕ ਹੈ, ਮੇਰੇ 'ਚ ਕੋਈ ਗੁੱਡ ਹੈਬਿਟਸ ਨਹੀਂ ਆਈਆਂ। ਮਾਈ ਸਟੇਟ ਟੂਡੇ ਇਜ਼ ਦੀ ਰਿਜ਼ਲਟ ਆਫ ਮਾਈ ਓਨ ਹੈਬਿਟਸ। ਜਿਹੜੀ ਮੇਰੀ ਅੱਜ ਸਟੇਟ ਹੈ ਇਹ ਮੇਰੀਆਂ ਆਪਣੀਆਂ ਹੀ ਹੈਬਿਟਸ ਕਰਕੇ ਹੈ, ਮੇਰੀਆਂ ਆਪਣੀਆਂ ਹੀ ਹੈਬਿਟਸ ਦਾ ਰਿਜ਼ਲਟ ਹੈ। ਆਈ ਫੈਲਟ ਸੋਰੀ ਫॉर ਹਸਨ ਹੂ ਵਿਦ ਆਲ ਹਿਜ਼ ਇੰਟੈਲੀਜੈਂਸ ਐਂਡ ਗੁੱਡ ਨੇਚਰ ਕੁਡ ਨਾਟ ਮੇਕ ਇਟ। ਮੈਨੂੰ ਟੀਚਰ ਕਹਿ ਰਹੀ ਹੈ ਵੀ ਮੈਨੂੰ ਹਸਨ ਦੇ ਲਈ ਬਹੁਤ ਹੀ ਫੀਲ ਹੋਇਆ ਵੀ ਇੰਨੀ ਜ਼ਿਆਦਾ ਇੰਟੈਲੀਜੈਂਟ ਅਤੇ ਇੰਨੇ ਵਧੀਆ ਨੇਚਰ ਦੇ ਹੋਣ ਦੇ ਬਾਵਜੂਦ ਵੀ, ਠੀਕ ਹੈ, ਇਹ ਕੁਛ ਵੀ ਨਹੀਂ ਕਰ ਸਕਿਆ। ਹਸਨ, ਯੂ ਨਿਊ your faults, you could have improved and made a better life for yourself। ਫਿਰ ਬੇਟਾ ਉਹ ਟੀਚਰ ਕਹਿੰਦੀ ਆ ਵੀ ਤੈਨੂੰ ਜਿਹੜੀ ਹੈਗੀ ਆਪਣੇ ਫਾਲਟਸ ਦਾ, ਆਪਣੀਆਂ ਕਮੀਆਂ ਦਾ ਜਦੋਂ ਰਿਲਾਈਜ਼ ਹੈ ਤੂੰ ਇਹਨਾਂ ਨੂੰ ਇੰਪਰੂਵ ਕਰ, ਅਤੇ ਨੈਕਸਟ ਤੋਂ ਜਾ ਕੇ ਜਿਹੜੀ ਹੈਗੀ ਆ ਬੈਟਰ ਲਾਈਫ ਆਪਣੀ ਜਿਹੜੀ ਹੈਗੀ ਉਹਦੀ ਸਟਾਰਟ ਕਰ। ਦੇਅਰ ਇਜ਼ ਆਲਵੇਜ਼ ਅ ਸਟਾਰਟ ਐਟ ਐਨੀ ਸਟੇਜ। ਜਿਹੜੀ ਆਪਣੀ ਸਟਾਰਟਿੰਗ ਪੁਆਇੰਟ ਆ ਆਪਣੀ ਕਿਸੇ ਵੀ ਏਜ ਤੋਂ ਹੋ ਸਕਦਾ ਹੈਗਾ, ਠੀਕ ਹੈ। ਡੋਂਟ ਗੈਟ ਡਿਸਅਪੁਆਇੰਟਡ, ਅਤੇ ਡਿਸਅਪੁਆਇੰਟ ਮਤਲਬ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ। ਯੂ ਮੇ ਹੈਵ ਲੋਸਟ ਅ ਬੈਟਲ ਬਟ ਯੂ ਕੈਨ ਸਟਿਲ ਵਿਨ ਦੀ ਵਾਰ। ਤੂੰ ਸਿਰਫ ਇੱਕ ਬੈਟਲ ਹੀ ਹਾਰੀ ਹੈ, ਤੂੰ ਜਿਹੜੀ ਹੈਗੀ ਆ ਵਾਰ ਨੂੰ ਕੀ ਕਰ ਸਕਦਾ? ਜਿੱਤ ਸਕਦਾ। ਮਤਲਬ ਕਿ ਆਪਣੀ ਲਾਈਫ ਦੇ ਵਿੱਚ ਜਿਹੜਾ ਜੇ ਆਪਾਂ ਪਹਿਲਾਂ ਕੋਈ ਚੰਗੇ ਕੰਮ ਨਹੀਂ ਕੀਤੇ, ਠੀਕ ਹੈ, ਕੋਈ ਵੀ ਟਾਈਮ ਜਿਹੜਾ ਆਪਣੀ ਲਾਈਫ ਦਾ ਜਿਹੜਾ ਸਟਾਰਟਿੰਗ ਪੁਆਇੰਟ ਜਿਹੜਾ ਹੋ ਸਕਦਾ ਆਪਣੀ ਕਿਸੇ ਵੀ ਸਟੇਜ ਤੋਂ, ਠੀਕ ਹੈ, ਆਪਾਂ ਨਾ ਜਿਹੜੀ ਹੈਗੀ ਸਟਾਰਟਿੰਗ ਕਰ ਸਕਦੇ ਹਾਂ। ਮੈਮ ਓਲਡ ਹੈਬਿਟਸ ਡਾਈ ਹਾਰਡ। ਫਿਰ ਉਹ ਕੀ ਕਹਿੰਦਾ ਵੀ ਜਿਹੜੀਆਂ ਓਲਡ ਹੈਬਿਟਸ ਹੈ ਇਹ ਬਹੁਤ ਹੀ ਔਖੀਆਂ ਜਾਂਦੀਆਂ, ਬਟ ਹਸਨ ਇਟ ਇਜ਼ ਪੋਸੀਬਲ ਟੂ ਚੇਂਜ ਯੂਅਰ ਹੈਬਿਟਸ। ਫਿਰ ਉਸ ਦੀ ਟੀਚਰ ਕਹਿੰਦੀ ਆ ਤੇਰੀਆਂ ਹੈਬਿਟਸ ਨੂੰ ਜਿਹੜਾ ਹੈਗਾ ਚੇਂਜ ਕੀਤਾ ਜਾ ਸਕਦਾ, ਠੀਕ ਹੈ, ਇਟ ਇਜ਼ ਪੋਸੀਬਲ, ਠੀਕ ਹੈ। ਦੇਅਰ ਇਜ਼ ਨਥਿੰਗ ਵਿਚ ਇਜ਼ ਇੰਪੋਸੀਬਲ, ਠੀਕ ਹੈ, ਇੱਥੇ ਕੁਛ ਵੀ ਨਹੀਂ ਜੋ ਇੰਪੋਸੀਬਲ ਹੈ, ਠੀਕ ਹੈ। ਦੇਅਰ ਇਜ਼ ਨਥਿੰਗ ਵਿਚ ਇਜ਼ ਇੰਪੋਸੀਬਲ। ਯੂ ਓਨਲੀ ਰਿਕੁਆਇਰ ਵਿਲ ਪਾਵਰ। ਤੁਹਾਨੂੰ ਕਿਸੇ ਕੰਮ ਨੂੰ ਕਰਨ ਦੀ, ਠੀਕ ਹੈ, ਯੂ ਓਨਲੀ ਰਿਕੁਆਇਰ ਵਿਲ ਪਾਵਰ। ਤੁਹਾਡੇ ਅੰਦਰ ਕੀ ਹੋਣੀ ਚਾਹੀਦੀ ਹੈ? ਵਿਲ ਪਾਵਰ ਹੋਣੀ ਚਾਹੀਦੀ ਹੈ ਕਿਸੇ ਕੰਮ ਨੂੰ ਕਰਨ ਦੀ ਇੱਛਾ ਸ਼ਕਤੀ, ਠੀਕ ਹੈ, ਮਨੋ। ਯੂ ਆਰ ਯੂਅਰ ਸੈਲਫ ਨਾਟ ਅਵੇਅਰ ਆਫ ਯੂਅਰ ਪੋਟੈਂਸ਼ੀਅਲ। ਤੈਨੂੰ ਆਪਣੇ ਆਪ ਦੀ ਪੋਟੈਂਸ਼ੀਅਲ ਦਾ ਹੀ ਨਹੀਂ ਪਤਾ। ਪਲੀਜ਼ ਰਿਮੈਂਬਰ ਵੈਨ ਐਲਡਰਸ ਸੇ ਸਮਥਿੰਗ ਦੇ ਡੂ ਸੋ ਬਿਕੋਜ਼ ਦੇ ਵਾਂਟ ਟੂ ਲੈਡ ਅ ਬੈਟਰ ਲਾਈਫ ਦੈਨ ਦੈਮ। ਠੀਕ ਹੈ, ਕਹਿੰਦੇ ਹਮੇਸ਼ਾ ਹੀ ਆਪਣੇ ਐਲਡਰਸ ਦੀਆਂ ਜਿਹੜੀਆਂ ਜੋ ਤੁਹਾਨੂੰ ਗੱਲਾਂ ਦੱਸਦੇ ਆ, ਗੱਲਾਂ ਸਿਖਾਉਂਦੇ ਆ, ਉਹਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ, ਕਿਉਂਕਿ ਉਹੀ ਗੱਲਾਂ ਜਿਹੜੀਆਂ ਹੈਗੀਆਂ ਤੁਹਾਨੂੰ ਜਿਹੜੀਆਂ ਅੱਗੇ ਲੈ ਕੇ ਆਉਂਦੀਆਂ, ਠੀਕ ਹੈ। ਕਿਉਂਕਿ ਉਹ ਕੀ ਚਾਹੁੰਦੇ ਬੇਟਾ, ਜਦੋਂ ਕਹਿੰਦੇ ਤੁਹਾਡੇ ਪੇਰੈਂਟਸ ਤੁਹਾਨੂੰ ਆਖਦੇ ਉਹ ਕੀ ਚਾਹੁੰਦੇ ਆ? ਦੇ ਵਾਂਟ ਯੂ ਲੈਡ ਅ ਬੈਟਰ ਲਾਈਫ ਦੈਨ ਦੈਮ। ਉਹ ਚਾਹੁੰਦੇ ਸਾਡੇ ਤੋਂ ਵਧੀਆ ਲਾਈਫ ਜਿਹੜਾ ਸਾਡਾ ਬੱਚਾ ਹੈਗਾ ਉਹ ਸਪੈਂਡ ਕਰੇ। ਐਕਸੀਲੈਂਸ ਡਜ਼ ਨਾਟ ਕਮ ਬਾਈ ਐਕਸੀਡੈਂਟ ਬਟ ਪ੍ਰੈਕਟਿਸ। ਠੀਕ ਹੈ, ਵੀ ਜਿਹੜੀ ਐਕਸੀਲੈਂਸ ਹੈ, ਜਿੰਨਾ ਆਪਾਂ ਨੂੰ ਗਿਆਨ ਹੈ, ਠੀਕ ਹੈ, ਇਹ ਐਕਸੀਡੈਂਟਲੀ ਨਹੀਂ ਆਉਂਦਾ, ਬਾਏ ਪ੍ਰੈਕਟਿਸ। ਮਤਲਬ ਕੀ ਆ? ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਆਈ ਕੁਡ ਸੀ ਆ ਟਵਿੰਕਲ ਇਨ ਹਿਜ਼ ਆਈਜ਼। ਫਿਰ ਉਸ ਟੀਚਰਾਂ ਦੀ ਮੈਨੂੰ ਉਸ ਦੀ ਆਈਜ਼ ਦੇ ਵਿੱਚ ਕੁਝ ਟਵਿੰਕਲ, ਠੀਕ ਹੈ, ਨਜ਼ਰ ਆਈ। ਆਈ ਥਾਟ ਆਈ ਸਾ ਗਲੈਂਪਸ ਆਫ ਯੂਅਰ ਬ੍ਰਾਈਟ ਹਸਨ। ਆਈ ਵਿਲ ਟਰਾਈ ਮਾਈ ਬੈਸਟ ਮੈਮ ਹੀ ਪ੍ਰੋਮਿਸ ਐਜ਼ ਹੀ ਰੋਜ਼ ਟੂ ਲੀਵ। ਜਦੋਂ ਜਾਣ ਲੱਗਿਆ ਤਾਂ ਆਪਣੇ ਟੀਚਰ ਨੂੰ ਪ੍ਰੋਮਿਸ ਕਰਕੇ ਗਿਆ, ਆਈ ਵਿਲ ਟਰਾਈ ਮਾਈ ਬੈਸਟ। ਆਈ ਹੈਵ ਨਾਟ ਮੈਟ ਹਸਨ ਸੈਂਸ ਦੈਟ ਡੇ। ਫਿਰ ਟੀਚਰ ਕਹਿ ਰਹੀ ਹੈ ਉਸ ਡੇ ਤੋਂ ਬਾਅਦ ਮੈਂ ਹਸਨ ਨੂੰ ਕਦੇ ਹੀ ਨਹੀਂ ਮਿਲੀ। I hope to bump into him unexpectedly once again and this time find happy and successful। ਕਹਿੰਦੀ ਮੈਨੂੰ ਇੱਦਾਂ ਹੀ ਲੱਗਦਾ ਵੀ ਜਿਵੇਂ ਹੁਣ ਉਹ ਮੈਨੂੰ ਐਕਸੀਡੈਂਟਲੀ, ਠੀਕ ਹੈ,
ਬਾਈ ਚਾਂਸ ਹੀ ਮਿਲਿਆ ਸੀ, ਹੋ ਸਕਦਾ ਉਹ ਫਿਰ ਕਦੇ ਮੈਨੂੰ ਇੱਦਾਂ ਹੀ ਬਾਈ ਚਾਂਸ ਮਿਲੇ। ਅਤੇ ਮੈਨੂੰ ਇਹ ਹੋਪ ਹੈ ਵੀ ਜਦੋਂ ਮੈਨੂੰ ਮਿਲੂਗਾ ਉਹ ਜਿਹੜਾ ਹੈਗਾ ਉਸ ਟਾਈਮ ਤੱਕ ਉਹ ਹੈਪੀ ਹੋਊਗਾ ਅਤੇ ਇੱਕ ਸਕਸੈਸਫੁਲ ਜਿਹੜਾ ਪਰਸਨ ਹੈ ਉਹ ਬਣ ਚੁੱਕਿਆ ਹੋਊਗਾ। ਬੇਟਾ I will send you PDF of question related to this chapter. Thank you.